ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਾਰੇ ਭੈਣ ਭਰਾਵਾਂ ਤੋਂ ਵੱਡੀ ਸੀ। ਇਸ ਲਈ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਸਕੂਲ ਤੋਂ ਹਟਾ ਕੇ ਕੰਮ ਤੇ ਲਗਾ ਦਿੱਤਾ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਂ ਕੰਮ ਦੇ ਨਾਲ ਪ੍ਰਾਈਵੇਟ ਨੌਕਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਮੇਰੀ ਮਾਲਕਣ ਕਹਿਣ ਲੱਗੀ ਕਿ ਹੁਣ ਤੂੰ ਪੜ੍ਹੀ ਲਿਖੀ ਹੈ, ਤੈਨੂੰ ਘਰ ਦੇ ਕੰਮ ਕਰਨ ਦੀ ਲੋੜ ਨਹੀਂ। ਮੈਂ ਤੁਹਾਨੂੰ ਨੌਕਰੀ ਦਿਵਾ ਦਿਆਂਗੀ, ਤੁਹਾਨੂੰ ਉੱਥੇ ਚੰਗੀ ਤਨਖਾਹ ਮਿਲੇਗੀ। ਮੈਨੂੰ ਆਪਣੀ ਮਾਲਕਣ ਦੇ ਘਰੋਂ ਸਿਰਫ 7000 ਮਿਲਦੇ ਸਨ, ਪਰ ਜਦੋਂ ਮੈਂ ਇੱਕ ਕਾਲ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਜਾਣ ਕੇ ਕੋਈ ਹੈਰਾਨੀ ਨਹੀਂ ਹੋਈ ਕਿ ਇੱਥੇ ਮੈਨੂੰ 25000 ਰੁਪਏ ਪ੍ਰਤੀ ਮਹੀਨਾ ਮਿਲਦੇ ਹੈ ਅਤੇ ਕਮਿਸ਼ਨ ਵੱਖਰਾ ਹੈ। ਪਰ ਉੱਥੇ ਇਹ ਇੱਕ ਮੁੱਦਾ ਸੀ, ਮੈਨੂੰ ਇੱਥੇ ਰਾਤ ਦੀ ਡਿਊਟੀ ਕਰਨੀ ਪੈਂਦੀ ਸੀ। ਮੈਂ ਰਾਤ ਨੂੰ ਘਰੋਂ ਬਾਹਰ ਨਹੀਂ ਰਹਿ ਸਕਦੀ ਸੀ, ਇਸ ਲਈ ਮੈਂ ਇਨਕਾਰ ਕਰ ਦਿੱਤਾ। ਪਰ ਜਦੋਂ ਮੇਰੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਕਿਹਾ ਕਿ ਤੈਨੂੰ ਹਰ ਹਾਲਤ ਵਿੱਚ ਇਹ ਨੌਕਰੀ ਕਰਨੀ ਪਵੇਗੀ, ਕਿਉਂਕਿ ਇਹ ਤਨਖਾਹ ਵਧੀਆ ਹੈ ਅਤੇ ਇੰਨੇ ਪੈਸੇ ਵਿੱਚ ਤੁਹਾਨੂੰ ਦੁਬਾਰਾ ਨੌਕਰੀ ਨਹੀਂ ਮਿਲੇਗੀ। ਅਤੇ ਮੇਰੀ ਮਾਂ ਦੇ ਜ਼ੋਰ ਪਾਉਣ 'ਤੇ ਮੈਂ ਇੱਕ ਕਾਲ ਸੈਂਟਰ ਵਿੱਚ ਨੌਕਰੀ ਕਰ ਲਈ ਅਤੇ ਸਾਰੀ ਰਾਤ ਮੈਂ ਉੱਥੇ ਹੀ ਰਹਿੰਦੀ ਸੀ। ਉੱਥੇ ਮੇਰੀ ਮੁਲਾਕਾਤ ਅਮਨ ਨਾਲ ਹੋਈ, ਜੋ ਕਾਲ ਸੈਂਟਰ ਦਾ ਮਾਲਕ ਸੀ ਅਤੇ ਮੇਰੇ ਤੋਂ ਅਣਜਾਣ ਸੀ। ਉਸ ਨੂੰ ਪਹਿਲੀ ਨਜ਼ਰ ਵਿੱਚ ਹੀ ਮੈਂ ਪਸੰਦ ਆ ਗਈ ਸੀ। ਉਹ ਬਹਾਨੇ ਨਾਲ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਗੱਲਾਂ ਕਰਦਾ ਰਹਿੰਦਾ ਅਤੇ ਹੌਲੀ ਮੈਂ ਵੀ ਉਸਦੇ ਨੇੜੇ ਆਉਣ ਲੱਗੀ। ਮੈਂ ਇਹ ਵੀ ਸੋਚਿਆ ਸੀ ਕਿ ਮੈਂ ਕਦੋਂ ਤੱਕ ਕੰਮ ਕਰਦੀ ਰਹਾਂਗੀ, ਆਖਿਰ ਮੈਂ ਵੀ ਕਿਸੇ ਦਿਨ ਵਿਆਹ ਕਰਵਾਉਣਾ ਹੈ। ਜੇ ਅਮਨ ਵਰਗਾ ਅਮੀਰ ਆਦਮੀ ਮੈਨੂੰ ਮਿਲ ਰਿਹਾ ਹੈ ਤਾਂ ਉਸ ਵਿੱਚ ਮੇਰਾ ਹੀ ਫਾਇਦਾ ਹੈ। ਮੈਂ ਵੀ ਅਕਸਰ ਰਾਤ ਨੂੰ ਉਸਦੇ ਨਾਲ ਬਾਹਰ ਘੁੰਮਣ ਚਲੀ ਜਾਂਦੀ ਸੀ। ਰਸਤੇ ਵਿੱਚ 1-2 ਵਾਰ ਅਣਪਛਾਤੀਆਂ ਕੁੜੀਆਂ ਨੇ ਮੈਨੂੰ ਰੋਕ ਕੇ ਅਮਨ ਬਾਰੇ ਬੁਰਾ ਭਲਾ ਕਿਹਾ। ਉਹ ਤਾਂ ਇੱਕ ਮਾੜਾ ਵਿਅਕਤੀ ਹੈ ਅਤੇ ਕੁੜੀਆਂ ਨੂੰ ਵਰਤਦਾ ਹੈ ਅਤੇ ਉਹਨਾਂ ਨੂੰ ਵਰਤ ਕੇ ਛੱਡ ਦਿੰਦਾ ਹੈ, ਇਸੇ ਲਈ ਤੁਸੀਂ ਉਸ ਤੋਂ ਦੂਰ ਹੀ ਰਹੋ। ਪਰ ਮੈਨੂੰ ਉਸ ਸਮੇਂ ਉਸ ਨਾਲ ਪਿਆਰ ਹੋ ਗਿਆ ਸੀ, ਇਸ ਲਈ ਮੈਂ ਉਸ ਕੁੜੀ ਦੀਆਂ ਗੱਲਾਂ ਇੱਕ ਕੰਨ ਵਿੱਚ ਸੁਣਦੀ ਅਤੇ ਦੂਜੇ ਕੰਨ ਵਿੱਚੋਂ ਕੱਢ ਦਿੰਦੀ, ਕਿਉਂਕਿ ਮੈਨੂੰ ਉਸ ਉੱਤੇ ਪੂਰਾ ਵਿਸ਼ਵਾਸ ਸੀ ਕਿ ਉਹ ਮੇਰੇ ਨਾਲ ਧੋਖਾ ਨਹੀਂ ਕਰੇਗਾ ਅਤੇ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਂ ਵਿਸ਼ਵਾਸ ਕਰਨ ਵਿੱਚ ਹਰ ਹੱਦ ਪਾਰ ਕਰ ਦਿੱਤੀ ਸੀ ਅਤੇ ਨਤੀਜਾ ਇਹ ਹੋਇਆ ਕਿ ਮੈਂ ਗਰਭਵਤੀ ਹੋ ਗਈ ਅਤੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ। ਜਦੋਂ ਮੈਂ ਅਮਨ ਨੂੰ ਦੱਸਿਆ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਦੇ ਬੱਚੇ ਨੂੰ ਮੇਰਾ ਦੱਸ ਰਹੇ ਹੋ। ਉਸਨੇ ਮੈਨੂੰ ਛੱਡ ਦਿੱਤਾ ਅਤੇ ਮੈਨੂੰ ਕਾਲ ਸੈਂਟਰ ਤੋਂ ਬਾਹਰ ਕੱਢ ਦਿੱਤਾ। ਮੈਂ ਬਹੁਤ ਬਦਨਾਮ ਹੋ ਗਈ। ਮੈਂ ਆਪਣੀ ਮਾਂ ਤੋਂ ਇਹ ਗੱਲ ਲੁਕਾਉਣ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਵੀ ਇਹ ਸਾਰਾ ਸੱਚ ਪਤਾ ਲੱਗ ਗਿਆ। ਮਾਂ ਨੇ ਮੈਨੂੰ ਬਹੁਤ ਕੁੱਟਿਆ ਅਤੇ ਆਖਰਕਾਰ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਘਰ ਦੀ ਦਹਿਲੀਜ਼ 'ਤੇ ਪੈਰ ਨਾ ਰੱਖਣਾ। ਜਿਸ ਦਾ ਇਹ ਬੱਚਾ ਹੈ ਉਸ ਕੋਲ ਜਾ। ਉਸ ਸਮੇਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਅਤੇ ਕਿੱਥੇ ਜਾਵਾਂ। ਮੇਰਾ ਕੋਈ ਸਹਾਰਾ ਜਾਂ ਮਦਦ ਕਰਨ ਵਾਲਾ ਵੀ ਨਹੀਂ ਸੀ। ਮੈਂ ਸੜਕ ਤੇ ਇੱਧਰ ਉੱਧਰ ਘੁੰਮ ਰਹੀ ਸੀ ਕਿ ਸ਼ਾਇਦ ਕੋਈ ਮੈਨੂੰ ਪਨਾਹ ਦੇ ਦੇਵੇਗਾ, ਪਰ ਇਹ ਸਮਾਜ ਇਕੱਲੀ ਕੁੜੀ ਨੂੰ ਕਿੱਥੇ ਰਹਿਣ ਦਿੰਦਾ ਹੈ। ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ। ਲੋਕ ਮੈਨੂੰ ਗਲਤ ਕੁੜੀ ਸਮਝ ਰਹੇ ਸਨ, ਪਰ ਮੈਂ ਉਹਨਾਂ ਨੂੰ ਕਿਵੇਂ ਦੱਸਾਂ ਕਿ ਮੇਰੇ ਵਰਗੀ ਕੁੜੀ ਦੀ ਕਿਸਮਤ ਵਿੱਚ ਠੋਕਰਾਂ ਹੀ ਹਨ। ਫਿਰ ਮੈਨੂੰ ਇੱਕ ਧਰਮਸ਼ਾਲਾ ਨਜ਼ਰ ਆਈ ਅਤੇ ਮੈਂ ਉੱਥੇ ਚਲੀ ਗਈ। ਉੱਥੇ ਮੈਂ ਉਹਨਾਂ ਨੂੰ ਲਾਵਾਰਿਸ ਦੱਸਿਆ ਅਤੇ ਉਹਨਾਂ ਨੇ ਮੈਨੂੰ ਉੱਥੇ ਪਨਾਹ ਦੇ ਦਿੱਤੀ। ਉੱਥੋਂ ਦੀਆਂ ਔਰਤਾਂ ਮੈਨੂੰ ਪੁੱਛਦੀਆਂ ਰਹੀਆਂ ਕਿ ਮੈਂ ਇੱਥੇ ਕਿਵੇਂ ਆਈ ਹਾਂ, ਪਰ ਮੈਂ ਆਪਣੇ ਪਾਸਟ ਨੂੰ ਦੁਬਾਰਾ ਯਾਦ ਕਰਨਾ ਨਹੀਂ ਚਾਹੁੰਦੀ ਸੀ ਅਤੇ ਹਰ ਸਵਾਲ 'ਤੇ ਮੈਂ ਚੁੱਪ ਹੋ ਜਾਂਦੀ। ਇਸ ਤਰ੍ਹਾਂ ਦਿਨ ਲੰਘਣ ਲੱਗੇ। ਉੱਥੋਂ ਦਾ ਮੈਨੇਜਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਕੋਈ ਤੁਹਾਡਾ ਅਤੇ ਤੁਹਾਡੇ ਬੱਚੇ ਦਾ ਸਹਾਰਾ ਬਣਨਾ ਚਾਹੁੰਦਾ ਹੈ। ਮੈਂ ਹੈਰਾਨ ਸੀ ਕਿ ਮੇਰਾ ਕੌਣ ਹਮਦਰਦ ਪੈਦਾ ਹੋ ਗਿਆ। ਮੈਂ ਦਫ਼ਤਰ ਵਿੱਚ ਆਈ ਅਤੇ ਬਜ਼ੁਰਗ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਮੈਂ ਉਸ ਨੂੰ ਪਹਿਲਾਂ ਨਹੀਂ ਜਾਣਦੀ ਸੀ। ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਬੱਚੇ ਦਾ ਸਹਾਰਾ ਬਣਾਂਗਾ। ਮੈਂ ਹੈਰਾਨ ਹੁੰਦੀ ਹੋਈ ਉਸ ਬੁੱਢੇ ਦੇ ਘਰ ਆ ਗਈ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਜਦੋਂ ਮੇਰਾ ਬੱਚਾ ਪੈਦਾ ਹੋਵੇ ਤਾਂ ਉਹ ਮੇਰੇ ਤੋਂ ਸਵਾਲ ਕਰੇ ਕਿ ਉਸ ਦਾ ਪਿਤਾ ਕੌਣ ਹੈ। ਇਹ ਬੰਦਾ ਮੇਰੇ ਬੱਚੇ ਦਾ ਪਿਤਾ ਬਣਨ ਲਈ ਤਿਆਰ ਸੀ ਤਾਂ ਮੈਨੂੰ ਕੀ ਇਤਰਾਜ਼ ਸੀ। ਇਸੇ ਲਈ ਮੈਂ ਉਸ ਨਾਲ ਆ ਗਈ ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨ ਲੱਗਾ। ਉਹ ਮੇਰੀ ਹਰ ਲੋੜ ਦਾ ਖਿਆਲ ਰੱਖਦਾ ਸੀ। ਮੈਂ ਉਸ ਨੂੰ ਬਾਬਾ ਜੀ ਆਖਦੀ ਸੀ ਤੇ ਉਹ ਮੈਨੂੰ ਕਹਿੰਦੇ ਸਨ ਕਿ ਤੂੰ ਮੇਰੀ ਧੀ ਵਰਗੀ ਹੈ। ਮੈਨੂੰ ਬਾਬਾ ਜੀ ਤੇ ਪੂਰਾ ਵਿਸ਼ਵਾਸ ਸੀ। ਪਰ ਇੱਥੇ ਆਉਣ ਦੇ ਕੁਝ ਸਮੇਂ ਬਾਅਦ
ਮੈਂ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਸ਼ੱਕ ਹੋਣ ਲੱਗਾ ਕਿ ਉਹ ਮੇਰੇ ਤੋਂ ਕੁਝ ਛੁਪਾ ਰਿਹਾ ਹੈ। ਮੈਂ ਉਹਨਾਂ ਤੇ ਨਜ਼ਰ ਰੱਖਣ ਲੱਗ ਗਈ। ਇੱਕ ਦਿਨ ਘਰ ਵਿੱਚ ਨਵੀਂ ਕੁੜੀ ਆਈ। ਉਹ ਬਹੁਤ ਛੋਟੀ ਸੀ, ਬਹੁਤ ਸੁੰਦਰ ਸੀ। ਬਾਬਾ ਜੀ ਉਸ ਨੂੰ ਘਰ ਲੈ ਆਏ ਅਤੇ ਮੈਨੂੰ ਉਸ ਦੇ ਖਾਣ ਪੀਣ ਦਾ ਇੰਤਜ਼ਾਮ ਕਰਨ ਲਈ ਕਹਿਣ ਲੱਗੇ ਕਿ ਗਰੀਬ ਕੁੜੀ ਭੁੱਖੀ ਹੋਵੇਗੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਪੁੱਛਿਆ, ਉਹ ਕੁੜੀ ਕੌਣ ਹੈ? ਮੈਂ ਚੁੱਪਚਾਪ ਬਾਬਾ ਜੀ ਦੀ ਹਰ ਗੱਲ ਮੰਨ ਲਈ। ਦੋਹਾਂ ਵਿੱਚੋਂ ਕਿਸੇ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਕਿ ਉਹ ਕੁੜੀ ਕੌਣ ਸੀ ਅਤੇ ਉਸ ਦਾ ਬਾਬਾ ਜੀ ਨਾਲ ਕੀ ਰਿਸ਼ਤਾ ਸੀ। ਉਹ ਕੁੜੀ ਰਾਤ ਨੂੰ ਸੌਣ ਲਈ ਇੱਥੇ ਰੁਕੀ ਸੀ। ਉਹ ਇੱਥੇ ਹੀ ਰੁਕੀ ਅਤੇ ਜਿਵੇਂ ਹੀ ਮੈਂ ਉਸ ਨੂੰ ਸਵੇਰੇ ਨਾਸ਼ਤੇ ਲਈ ਬੁਲਾਉਣ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਦਾ ਕਮਰਾ ਖਾਲੀ ਸੀ। ਮੇਰੇ ਦਿਮਾਗ ਵਿੱਚ ਪਹਿਲੀ ਗੱਲ ਇਹ ਆਈ ਕਿ ਉਹ ਕੁੜੀ ਚੋਰੀ ਤਾਂ ਨਹੀਂ ਕਰਦੀ ਅਤੇ ਘਰ ਦਾ ਸਮਾਨ ਲੈ ਕੇ ਭੱਜ ਤਾਂ ਨਹੀਂ ਗਈ। ਪਰ ਫਿਰ ਮੈਂ ਸੋਚਿਆ ਕਿ ਇਹ ਤਾਂ ਰੋਜ਼ ਦੀ ਗੱਲ ਹੈ। ਯਕੀਨਨ ਉਸ ਕੁੜੀ ਨੂੰ ਵੀ ਇੱਕ ਰਾਤ ਲਈ ਪਨਾਹ ਦੀ ਲੋੜ ਹੋਵੇਗੀ। ਜਦੋਂ ਤੋਂ ਮੈਂ ਇੱਥੇ ਆਈ ਹਾਂ, ਉਹ 5ਵੀਂ ਕੁੜੀ ਸੀ ਜੋ ਇੱਥੇ ਇੱਕ ਰਾਤ ਲਈ ਆਈ ਸੀ। ਨਾ ਜਾਣੇ ਬਾਬਾ ਜੀ ਨੂੰ ਇਹ ਕੁੜੀਆਂ ਕਿੱਥੋਂ ਮਿਲਦੀਆਂ ਸਨ ਅਤੇ ਉਹ ਉਹਨਾਂ ਨੂੰ ਘਰ ਕਿਉਂ ਲਿਆਉਂਦੇ ਸਨ। ਉਹਨਾਂ ਨੂੰ ਭੋਜਨ ਦਿੰਦੇ ਅਤੇ ਅਗਲੀ ਸਵੇਰ ਉਹ ਉੱਥੇ ਗਾਇਬ ਹੋ ਜਾਂਦੀਆਂ ਸਨ। ਇੱਥੇ ਆਈ ਲੜਕੀ ਪੇਟ ਤੋਂ ਲੱਗ ਰਹੀ ਸੀ, ਪਰ ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਇਹ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਤੁਸੀਂ ਬਾਬਾ ਜੀ ਨੂੰ ਕਿੱਥੇ ਮਿਲੇ ਸੀ ਅਤੇ ਤੁਸੀਂ ਉਹਨਾਂ ਦੇ ਨਾਲ ਕਿਉਂ ਆਏ ਹੋ, ਪਰ ਉਸ ਨੇ ਮੇਰੇ ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਉਹ ਰਾਤ ਨੂੰ ਸਾਡੇ ਘਰ ਸੁੱਤੀ ਸੀ। ਅਗਲੀ ਸਵੇਰ ਜਦੋਂ ਮੈਂ ਉਸ ਨੂੰ ਨਾਸ਼ਤੇ ਲਈ ਬੁਲਾਉਣ ਗਈ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ। ਉਸ ਵੇਲੇ ਮੈਂ ਸੋਚਿਆ ਕਿ ਸ਼ਾਇਦ ਉਹ ਚੋਰ ਕੁੜੀ ਹੈ। ਮੈਂ ਰੌਲਾ ਪਾ ਕੇ ਬਾਬਾ ਜੀ ਨੂੰ ਆਵਾਜ਼ ਮਾਰੀ ਤੇ ਕਿਹਾ, ਕੁੜੀ ਘਰੋਂ ਗਾਇਬ ਹੋ ਗਈ ਹੈ, ਕਿਰਪਾ ਕਰਕੇ ਪਤਾ ਕਰੋ ਕਿ ਉਸ ਨੇ ਕੁਝ ਚੋਰੀ ਤਾਂ ਨਹੀਂ ਕੀਤਾ। ਪਰ ਉਹ ਅਜੀਬ ਜਿਹੇ ਲਹਿਜੇ ਵਿੱਚ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਸ ਨੇ ਜਿੱਥੇ ਜਾਣਾ ਸੀ ਉਹ ਚਲੀ ਗਈ ਹੈ। ਮੈਂ ਹੈਰਾਨ ਹੋ ਕੇ ਪੁੱਛਿਆ, ਕੀ ਤੁਸੀਂ ਉਸ ਨੂੰ ਜਾਣਦੇ ਹੋ? ਉਸ ਨੇ ਕਿਹਾ, ਨਹੀਂ, ਮੈਂ ਉਸ ਨੂੰ ਨਹੀਂ ਜਾਣਦਾ ਸੀ, ਪਰ ਉਹ ਜਿੱਥੇ ਵੀ ਗਈ ਹੈ ਤੁਸੀਂ ਇਸ ਗੱਲ ਨੂੰ ਛੱਡ ਦਿਓ। ਇਸ ਦਾ ਤੁਹਾਡੇ ਨਾਲ ਕੀ ਸੰਬੰਧ ਹੈ? ਆਪਣੇ ਮਨ ਨੂੰ ਬੇਕਾਰ ਦੀਆਂ ਗੱਲਾਂ ਵਿੱਚ ਨਾ ਉਲਝਾਇਓ, ਬਸ ਆਪਣੇ ਖਾਣ ਪੀਣ ਵੱਲ ਧਿਆਨ ਦਿਓ। ਇਸ ਘਟਨਾ ਨੂੰ 1 ਹਫ਼ਤਾ ਹੋ ਗਿਆ ਸੀ। ਦੁਪਹਿਰ ਬਾਅਦ ਜਦੋਂ ਬਾਬਾ ਜੀ ਵਾਪਸ ਘਰ ਆਏ ਤਾਂ ਉਸ ਦੇ ਨਾਲ ਇੱਕ ਹੋਰ ਲੜਕੀ ਸੀ। ਆਉਂਦਿਆਂ ਹੀ ਉਹ ਕਹਿਣ ਲੱਗੇ ਕਿ ਇਹ ਗਰੀਬ ਅਤੇ ਬੇਸਹਾਰਾ ਕੁੜੀ ਹੈ, ਉਸ ਦੇ ਖਾਣ ਪੀਣ ਦਾ ਕੁਝ ਪ੍ਰਬੰਧ ਕਰੋ। ਹਰ ਰੋਜ਼ ਦੀ ਤਰ੍ਹਾਂ ਮੈਂ ਵੀ ਕੁੜੀ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਸਨੇ ਵੀ ਆਪਣਾ ਮੂੰਹ ਬੰਦ ਰੱਖਿਆ ਹੋਇਆ ਸੀ ਅਤੇ ਦੂਜੇ ਪਾਸੇ ਬਾਬਾ ਜੀ ਵੀ ਮੈਨੂੰ ਕੁਝ ਦੱਸਣ ਲਈ ਤਿਆਰ ਨਹੀਂ ਸਨ। ਅਤੇ ਜਦੋਂ ਮੈਂ ਸਵੇਰੇ ਉੱਠੀ ਤਾਂ ਲੜਕੀ ਗਾਇਬ ਸੀ। ਇਸ ਵਾਰ ਵੀ ਜਦੋਂ ਮੈਂ ਪੁੱਛਿਆ ਤਾਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਉਸਨੇ ਜਿੱਥੇ ਜਾਣਾ ਸੀ ਉਹ ਉੱਥੇ ਚਲੀ ਗਈ ਹੈ। ਉਹ ਇੱਥੇ ਸਿਰਫ 1 ਰਾਤ ਲਈ ਮਹਿਮਾਨ ਵਜੋਂ ਆਈ ਸੀ। ਫਿਰ 1 ਹਫ਼ਤੇ ਬਾਅਦ ਤੀਜੀ ਕੁੜੀ ਅਤੇ 1 ਹਫ਼ਤੇ ਬਾਅਦ ਚੌਥੀ ਕੁੜੀ ਅਤੇ ਅੱਜ ਇੱਕ 5ਵੀਂ ਕੁੜੀ ਦੇ ਆਉਣ ਅਤੇ ਲਾਪਤਾ ਹੋਣ ਦੇ ਪਿੱਛੇ ਮੈਨੂੰ ਸ਼ੱਕ ਹੋ ਰਿਹਾ ਸੀ। ਉਹਨਾਂ 5 ਵਿੱਚੋਂ 2 ਲੜਕੀਆਂ ਗਰਭਵਤੀ ਸਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਿਆਹੀ ਗਰਭਵਤੀ ਲੜਕੀ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਪਰਾਏ ਘਰ ਵਿੱਚ ਕਿਵੇਂ ਰਹਿ ਸਕਦੀ ਹੈ। ਯਕੀਨੀ ਤੌਰ ਤੇ ਕੁਝ ਗਲਤ ਹੈ। ਮੈਂ ਇੱਕ ਦਿਨ ਉਲਝਣ ਵਿੱਚ ਬਾਬੇ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਮੈਂ ਬਹੁਤ ਚੰਗਾ ਇਨਸਾਨ ਹਾਂ। ਮੈਂ ਜਿੱਥੇ ਵੀ ਕੋਈ ਬੇਸਹਾਰਾ ਕੁੜੀ ਦੇਖਦਾ ਹਾਂ ਤਾਂ ਉਸ ਨੂੰ ਆਪਣੇ ਘਰ ਲੈ ਕੇ ਆਉਂਦਾ ਹਾਂ ਤੇ ਉਸ ਨੂੰ ਚੰਗਾ ਖਵਾ ਪਿਆ ਕੇ ਉਸ ਨੂੰ ਵਾਪਸ ਭੇਜਦਾ ਹਾਂ। ਇਸੇ ਲਈ ਜਦੋਂ ਵੀ ਕੋਈ ਮੇਰੇ ਕੋਲ ਮਦਦ ਮੰਗਦਾ ਹੈ ਤਾਂ ਮੈਂ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹਾਂ। ਮੈਂ ਉਸ ਤੋਂ ਇਹ ਗੱਲ ਸਮਝ ਗਈ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਕੋਲ ਮਦਦ ਲਈ ਸਿਰਫ ਮੁਟਿਆਰਾਂ ਹੀ ਆਉਂਦੀਆਂ ਸਨ। ਅੱਜ ਤੱਕ ਉਹ ਕਦੇ ਕਿਸੇ ਬੁੱਢੀ ਔਰਤ ਨੂੰ ਆਪਣੇ ਘਰ ਨਹੀਂ ਲਿਆਈ ਸੀ। ਉਸ ਦੇ ਨਾਲ ਇਸ ਘਰ ਵਿੱਚ ਸਿਰਫ ਜਵਾਨ ਅਤੇ ਸੁੰਦਰ ਕੁੜੀਆਂ ਹੀ ਆਉਂਦੀਆਂ ਸਨ। ਮੈਂ ਇਹ ਸੋਚਦੀ ਹੋਈ ਕਮਰੇ ਵਿੱਚ ਆ ਗਈ ਕਿ 5ਵੀਂ ਕੁੜੀ ਗਾਇਬ ਹੋ ਗਈ ਸੀ ਜਾਂ ਇਹੋ ਜਿਹੀ ਕੀ ਗੱਲ ਹੈ। ਆਖਰ ਉਹ ਕਿਹੜਾ ਰਾਜ ਹੈ ਜੋ ਮੇਰੇ ਤੋਂ ਛੁਪਾਇਆ ਜਾ ਰਿਹਾ ਹੈ। ਮੇਰਾ ਦਿਲ ਇਸ ਸਮੇਂ ਬਾਬਾ ਜੀ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਪੁੱਛਣ ਨੂੰ ਕਰਦਾ ਸੀ, ਪਰ ਮੈਨੂੰ ਉਹਨਾਂ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਮੇਰੇ ਕੋਲ ਸਾਰੇ ਘਰ ਦਾ ਰਾਜ ਸੀ। ਮੈਂ ਕਿਤੇ ਵੀ ਆ ਜਾ ਸਕਦੀ ਸੀ, ਪਰ ਮੈਨੂੰ ਇੱਥੇ ਪਨਾਹ ਦੇਣ ਤੋਂ ਪਹਿਲਾਂ
ਬਾਬਾ ਜੀ ਨੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਉਸ ਦੇ ਕਿਸੇ ਵੀ ਮਾਮਲੇ ਵਿੱਚ ਦਖਲ ਨਹੀਂ ਦੇਵਾਂਗੀ ਅਤੇ ਨਾ ਹੀ ਬਿਨਾਂ ਇਜਾਜ਼ਤ ਉਸ ਦੇ ਕਮਰੇ ਵਿੱਚ ਜਾਵਾਂਗੀ। ਮੈਂ ਹਮੇਸ਼ਾ ਇਹਨਾਂ ਦੋ ਗੱਲਾਂ ਨੂੰ ਧਿਆਨ ਵਿੱਚ ਰੱਖਿਆ। ਮੈਨੂੰ ਇੱਥੇ 3 ਮਹੀਨੇ ਹੋ ਗਏ ਸਨ ਅਤੇ ਇਸ ਸਮੇਂ ਦੌਰਾਨ ਬਾਬਾ ਜੀ ਨੇ ਉਹਨਾਂ ਲੜਕੀਆਂ ਦੀ ਮਦਦ ਕਰਨ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕੀਤੀ। ਮੈਂ ਸੋਚ ਰਹੀ ਸੀ ਕਿ ਉਹਨਾਂ ਕੁੜੀਆਂ ਨੂੰ ਇੱਕ ਰਾਤ ਲੈ ਕੇ ਆਉਣਾ, ਖਵਾਉਣਾ ਪਿਆਉਣਾ ਅਤੇ ਸੌਣ ਦਾ ਕੀ ਮਕਸਦ ਸੀ ਅਤੇ ਉਹ ਸਵੇਰੇ ਕਿੱਥੇ ਗਾਇਬ ਹੋ ਜਾਂਦੀਆਂ ਸਨ। ਹਾਲਾਂਕਿ ਮੈਂ ਆਪਣੇ ਹੱਥਾਂ ਨਾਲ ਦਰਵਾਜ਼ੇ ਦਾ ਤਾਲਾ ਲਾਉਂਦੀ ਸੀ। ਮੈਂ ਸੋਚਿਆ ਕਿ ਸ਼ਾਇਦ ਰਾਤ ਨੂੰ ਜਦੋਂ ਮੈਂ ਸੌਂ ਰਹੀ ਸੀ ਤਾਂ ਉਹ ਕੁੜੀ ਵਾਪਸ ਜਾਣਾ ਚਾਹੁੰਦੀ ਹੋਵੇਗੀ ਤਾਂ ਬਾਬਾ ਜੀ ਨੇ ਆਪਣੇ ਕੋਲ ਪਈ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਹੋਵੇਗਾ ਅਤੇ ਕੁੜੀ ਉੱਥੋਂ ਚਲੀ ਗਈ ਹੋਵੇਗੀ। ਇਸ ਵਾਰ ਮੈਂ ਸੋਚਿਆ ਸੀ ਕਿ ਹੁਣ ਜਦੋਂ ਕੋਈ ਕੁੜੀ ਆਵੇਗੀ ਤਾਂ ਮੈਂ ਸਾਰੀ ਰਾਤ ਜਾਗਦੀ ਰਹਾਂਗੀ ਕਿ ਉਹ ਦੁਬਾਰਾ ਕਿਸ ਟਾਈਮ ਘਰੋਂ ਵਾਪਸ ਜਾਂਦੀ ਹੈ। ਮੈਂ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਅਗਲੇ ਹਫ਼ਤੇ ਫਿਰ ਬਾਬਾ ਜੀ ਇੱਕ ਕੁੜੀ ਨੂੰ ਆਪਣੇ ਨਾਲ ਲੈ ਆਏ ਸਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਮੈਂ ਘਰ ਦੇ ਹੋਰ ਕੰਮਾਂ ਵਿੱਚ ਰੁੱਝ ਗਈ। ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਹਰ ਮੋੜ ਤੇ ਉਸ ਦੇ ਨਜ਼ਰ ਰੱਖਣੀ ਹੈ ਅਤੇ ਇਹ ਵੇਖਣਾ ਹੈ ਕਿ ਇਹ ਕੁੜੀ ਅੱਧੀ ਰਾਤ ਨੂੰ ਕਿੱਥੇ ਗਾਇਬ ਹੋ ਜਾਂਦੀ ਹੈ। ਮੈਂ ਕਮਰੇ ਤੋਂ ਬਾਹਰ ਆ ਕੇ ਛੁਪ ਗਈ ਤਾਂ ਜੋ ਮੈਂ ਉਸ ਤੇ ਨਜ਼ਰ ਰੱਖ ਸਕਾਂ। ਮੈਂ ਸਾਰੀ ਰਾਤ ਉੱਥੇ ਹੀ ਬੈਠੀ ਰਹੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਕੁੜੀ ਨੂੰ ਕਮਰੇ ਵਿੱਚੋਂ ਬਾਹਰ ਨਿਕਲਦੇ ਜਾਂ ਬਾਹਰਲੇ ਦਰਵਾਜ਼ੇ ਵਿੱਚੋਂ ਲੰਘਦਿਆਂ ਨਹੀਂ ਦੇਖਿਆ। ਮੈਂ ਕੁੜੀ ਦੇ ਕਮਰੇ ਵਿੱਚ ਜਾ ਕੇ ਦੇਖਿਆ। ਮੈਂ ਹੈਰਾਨ ਹੋ ਗਈ ਜਦੋਂ ਮੈਂ ਦੇਖਿਆ ਕਿ ਕੁੜੀ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਸੀ। ਇਹ ਸਭ ਕਿਵੇਂ ਹੋ ਸਕਦਾ ਹੈ? ਮੈਂ ਖੁਦ ਰਾਤ ਨੂੰ ਇਸ ਕਮਰੇ ਵਿੱਚ ਛੱਡ ਕੇ ਗਈ ਸੀ ਅਤੇ ਮੈਂ ਸਾਰੀ ਰਾਤ ਦਰਵਾਜ਼ੇ ਦੇ ਬਾਹਰ ਬੈਠੀ ਰਹੀ ਕਿ ਇਹ ਕੁੜੀ ਬਾਹਰ ਜਾਂਦੀ ਹੈ, ਪਰ ਉਹ ਨਹੀਂ ਗਈ। ਇਸ ਦਾ ਮਤਲਬ ਸੀ ਕਿ ਉਸ ਨੂੰ ਇਸ ਕਮਰੇ ਵਿੱਚ ਮੌਜੂਦ ਹੋਣਾ ਚਾਹੀਦਾ ਸੀ, ਪਰ ਉਹ ਕਮਰੇ ਵਿੱਚ ਕਿਤੇ ਵੀ ਮੌਜੂਦ ਨਹੀਂ ਸੀ। ਮੈਂ ਚਿੰਤਤ ਹੋ ਕੇ ਘਰ ਦੇ ਆਲੇ ਦੁਆਲੇ ਦੇਖਿਆ, ਕਮਰੇ 'ਚ ਭਾਲ ਕੀਤੀ, ਪਰ ਉਹ ਉੱਥੇ ਨਹੀਂ ਸੀ। ਆਖਰ ਮੈਂ ਰੌਲਾ ਪਾ ਕੇ ਇਹ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਅਤੇ ਜਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗੇ ਕਿ ਉਹ ਤਾਂ ਰਾਤ ਨੂੰ ਹੀ ਚਲੀ ਗਈ ਸੀ। ਮੈਂ ਉਸ ਨੂੰ ਇਹ ਨਹੀਂ ਦੱਸ ਸਕਦੀ ਸੀ ਕਿ ਮੈਂ ਸਾਰੀ ਰਾਤ ਦਰਵਾਜ਼ੇ ਤੇ ਬਾਹਰ ਬੈਠੀ ਰਹੀ ਅਤੇ ਉਹ ਝੂਠ ਬੋਲ ਰਹੇ ਸੀ। ਪਰ ਕਿਉਂ? ਉਸ ਦਾ ਝੂਠ ਬੋਲਣ ਦਾ ਕੀ ਮਕਸਦ ਸੀ? ਮੈਂ ਬਾਬਾ ਜੀ ਤੇ ਬਿਲਕੁਲ ਵੀ ਸ਼ੱਕ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਅੱਜ ਤੱਕ ਉਹਨਾਂ ਨੇ ਮੇਰੇ ਨਾਲ ਕਦੇ ਕੋਈ ਗਲਤ ਗੱਲ ਨਹੀਂ ਕੀਤੀ ਅਤੇ ਨਾ ਹੀ ਕੋਈ ਗਲਤ ਹਰਕਤ ਕੀਤੀ ਹੈ। ਸਗੋਂ ਉਹਨਾਂ ਨੇ ਉਸ ਸਮੇਂ ਮੇਰਾ ਸਾਥ ਦਿੱਤਾ ਸੀ ਜਦੋਂ ਮੇਰੀ ਅਸਲ ਮਾਂ ਨੇ ਮੈਨੂੰ ਬੇਸਹਾਰਾ ਤੇ ਸੜਕਾਂ ਤੇ ਛੱਡ ਦਿੱਤੀ ਸੀ। ਕੁੜੀਆਂ ਦਾ ਘਰ ਆਉਣਾ ਤੇ ਫਿਰ ਗਾਇਬ ਹੋ ਜਾਣਾ ਕੋਈ ਮਾਮੂਲੀ ਗੱਲ ਨਹੀਂ ਸੀ। ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਉਹ ਕੁੜੀਆਂ ਕੌਣ ਸਨ ਅਤੇ ਜਦੋਂ ਇੱਥੇ ਆਉਂਦੀਆਂ ਹਨ ਤਾਂ ਕਿੱਥੇ ਗਾਇਬ ਹੋ ਜਾਂਦੀਆਂ ਹਨ। ਪਰ ਦੂਜੇ ਪਾਸੇ ਬਾਬਾ ਜੀ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਮੈਂ ਇਹ ਸੋਚ ਕੇ ਚਿੰਤਤ ਹੋ ਜਾਂਦੀ ਸੀ। ਪਹਿਲਾਂ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਮੈਨੂੰ ਇੱਥੇ ਕਿਉਂ ਲੈ ਕੇ ਆਏ ਹਨ ਅਤੇ ਹਮੇਸ਼ਾ ਲਈ ਆਪਣੇ ਕੋਲ ਰੱਖਣ ਦਾ ਵਾਅਦਾ ਕੀਤਾ ਸੀ। ਪਰ ਹੁਣ ਮੈਂ ਪਰੇਸ਼ਾਨ ਹੋ ਗਈ ਸੀ ਅਤੇ ਮੇਰੇ ਦਿਲ ਵਿੱਚ ਇੱਕ ਸਵਾਲ ਉੱਠਣ ਲੱਗਾ ਸੀ, ਉਹਨਾਂ ਨੂੰ ਮੇਰਾ ਪਤਾ ਅਤੇ ਮੇਰੇ ਬਾਰੇ ਕਿਸਨੇ ਦੱਸਿਆ ਹੋਵੇਗਾ? ਹੁਣ ਜਿਵੇਂ ਜਿਵੇਂ ਦਿਨ ਬੀਤ ਰਹੇ ਸਨ ਮੇਰੇ ਦਿਲ ਵਿੱਚ ਸਵਾਲ ਵੱਧਦੇ ਜਾ ਰਹੇ ਸਨ ਕਿ ਬਾਬਾ ਜੀ ਕੀ ਕੰਮ ਕਰਦੇ ਹਨ, ਕਿਉਂਕਿ ਮੈਂ ਹਮੇਸ਼ਾ ਘਰ ਵਿੱਚ ਧਨ ਦੌਲਤ ਤੇ ਢੇਰ ਵੇਖੇ ਸਨ, ਜਦੋਂ ਕਿ ਘਰ ਵਿੱਚ ਨਾ ਤਾਂ ਬਾਬਾ ਜੀ ਦਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਆਦਮੀ ਸੀ। ਅਤੇ ਫਿਰ ਮੈਨੂੰ ਨਹੀਂ ਪਤਾ ਸੀ ਕਿ ਇੰਨਾ ਪੈਸਾ ਕਿੱਥੋਂ ਆਉਂਦਾ ਸੀ। ਮੇਰੀ ਡਿਲੀਵਰੀ ਵਿੱਚ ਸਿਰਫ 3 ਮਹੀਨੇ ਬਾਕੀ ਸਨ। ਇੱਕ ਦਿਨ ਮੈਂ ਸੋਚਿਆ ਕਿ ਮੈਨੂੰ ਇੱਕ ਵਾਰ ਫਿਰ ਅਮਨ ਕੋਲ ਜਾ ਕੇ ਗੱਲ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਉਸਦਾ ਦਿਲ ਬਦਲ ਜਾਵੇ ਅਤੇ ਜੇਕਰ ਉਸਨੇ ਮੇਰੀ ਗੱਲ ਸੁਣੀ ਤਾਂ ਮੈਂ ਉਸਦੇ ਪਰਿਵਾਰ ਵਾਲਿਆਂ ਦੇ ਘਰ ਦਾ ਪਤਾ ਪੁੱਛ ਕੇ ਉਸਦੇ ਘਰ ਚਲੀ ਜਾਵਾਂਗੀ ਅਤੇ ਉਸਦੇ ਪਰਿਵਾਰ ਵਾਲਿਆਂ ਦੇ ਸਾਹਮਣੇ ਉਸਦੀ ਸਾਰੀ ਹਰਕਤ ਦੱਸਾਂਗੀ। ਪਰ ਉਸਦੇ ਦਫ਼ਤਰ ਜਾਣ ਦਾ ਮੌਕਾ ਨਹੀਂ ਮਿਲਿਆ। ਮੈਂ ਤਾਂ ਉਸ ਨੂੰ ਸੜਕ ਤੇ ਹੀ ਦੇਖ ਲਿਆ ਸੀ, ਪਰ ਦੂਜਾ ਆਦਮੀ ਜੋ ਉਸ ਦੇ ਨਾਲ ਸੀ ਅਤੇ ਜੋ ਉਸ ਨਾਲ ਗੱਲਾਂ ਕਰ ਰਿਹਾ ਸੀ, ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿਉਂਕਿ ਇਹ ਬਾਬਾ ਜੀ ਹੀ ਸਨ ਜੋ ਉਸ ਨੂੰ ਸੜਕ ਦੇ ਵਿਚਕਾਰ ਰੋਕ ਕੇ ਉਸ ਨਾਲ ਗੱਲ ਕਰ ਰਹੇ ਸੀ। ਮੈਂ ਹੈਰਾਨ ਸੀ ਕਿ ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ। ਕੀ ਇਹ ਮੇਰੇ ਖਿਲਾਫ ਕੋਈ ਡੂੰਘੀ ਸਾਜ਼ਿਸ਼ ਹੈ? ਕਿ ਅਮਨ ਨੇ ਹੀ ਮੇਰੇ ਬਾਰੇ ਦੱਸਿਆ ਹੋਵੇਗਾ? ਇਹ ਅਮਨ ਦੇ ਕੀ ਲੱਗਦੇ ਹਨ? ਇਹ ਸਾਰੇ ਸਵਾਲ ਮੈਨੂੰ ਪਾਗਲ ਬਣਾ ਰਹੇ ਸਨ। ਹੁਣ ਮੈਨੂੰ ਡਰ ਲੱਗਣ ਲੱਗਾ, ਇਸ ਲਈ ਮੈਂ ਘਰ ਨੂੰ ਭੱਜੀ ਅਤੇ ਆਪਣਾ ਮਨ ਬਦਲਣ ਲਈ ਟੀਵੀ ਲਾ ਲਿਆ।
ਪਰ ਮੇਰਾ ਬਿਲਕੁਲ ਵੀ ਧਿਆਨ ਟੀਵੀ ਤੇ ਨਹੀਂ ਸੀ ਕਿ ਟੀਵੀ ਤੇ ਕੀ ਚੱਲ ਰਿਹਾ ਹੈ। ਪਰ ਮੇਰੀ ਨਜ਼ਰ ਤਾਂ ਟੀਵੀ ਤੇ ਸੀ। ਪਰ ਅਚਾਨਕ ਇੱਕ ਖਬਰ ਦੇਖ ਕੇ ਮੈਂ ਹੈਰਾਨ ਰਹਿ ਗਈ। ਟੀਵੀ ਤੇ ਕੁਝ ਕੁੜੀਆਂ ਦਿਖਾਈਆਂ ਜਾ ਰਹੀਆਂ ਸਨ। ਹੇਠਾਂ ਇੱਕ ਪੱਟੀ ਚੱਲ ਰਹੀ ਸੀ ਕਿ ਕੁੜੀਆਂ ਲੰਬੇ ਸਮੇਂ ਤੋਂ ਘਰੋਂ ਗਾਇਬ ਹਨ। ਮੰਨਿਆ ਜਾ ਰਿਹਾ ਹੈ ਕਿ ਲੜਕੀਆਂ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਜੋ ਵੀ ਕੁੜੀਆਂ ਨੂੰ ਦੇਖੇਗਾ ਉਹ ਪੁਲਿਸ ਨੂੰ ਜ਼ਰੂਰ ਸੂਚਿਤ ਕਰੇਗਾ। ਅਜੇ ਕੋਈ ਵੱਡੀ ਖਬਰ ਨਹੀਂ ਸੀ, ਪਰ ਮੇਰੀ ਸੋਚ ਇਸ ਵਜ੍ਹਾ ਨਾਲ ਰੁਕ ਗਈ ਸੀ ਕਿਉਂਕਿ ਮੈਂ ਉਹਨਾਂ ਵਿੱਚੋਂ 3 ਕੁੜੀਆਂ ਨੂੰ ਪਛਾਣ ਲਿਆ ਸੀ। ਉਹ ਉਹਨਾਂ ਕੁੜੀਆਂ ਵਿੱਚੋਂ ਇੱਕ ਸੀ ਜੋ ਸਾਡੇ ਘਰ ਆਉਂਦੀਆਂ ਸਨ। ਇਹ ਸਭ ਕੀ ਹੋ ਰਿਹਾ ਸੀ? ਉਸ ਨੂੰ ਟੀਵੀ ਤੇ ਲਾਪਤਾ ਕਿਹਾ ਜਾ ਰਿਹਾ ਹੈ, ਜਦਕਿ ਉਹ ਇੱਥੇ ਆਪਣੀ ਮਰਜ਼ੀ ਨਾਲ ਆਉਂਦੀਆਂ ਸੀ। ਅਤੇ ਇਹ ਸੱਚ ਵੀ ਸੀ, ਉਹ ਇੱਥੇ ਲਾਪਤਾ ਹੋ ਗਈ ਸੀ। ਉਹ ਉਹਨਾਂ ਕੁੜੀਆਂ ਵਿੱਚੋਂ ਇੱਕ ਸੀ ਜੋ ਸਾਡੇ ਘਰ ਆਉਂਦੀ ਸੀ। ਇਹ ਸਭ ਕੀ ਹੋ ਰਿਹਾ ਸੀ? ਉਸ ਨੂੰ ਟੀਵੀ ਤੇ ਲਾਪਤਾ ਕਿਹਾ ਜਾ ਰਿਹਾ ਹੈ, ਜਦਕਿ ਉਹ ਇੱਥੇ ਆਪਣੀ ਮਰਜ਼ੀ ਨਾਲ ਆਉਂਦੀ ਸੀ। ਅਤੇ ਇਹ ਸੱਚ ਵੀ ਸੀ, ਉਹ ਇੱਥੋਂ ਲਾਪਤਾ ਹੋ ਗਈ ਸੀ। ਸ਼ਾਇਦ ਉਹ ਆਪਣੇ ਘਰ ਨਹੀਂ ਪਹੁੰਚੀ ਸੀ। ਹੁਣ ਮੈਨੂੰ ਸਮਝ ਆਉਣ ਲੱਗ ਪਈ ਹੈ ਕਿ ਸ਼ਾਇਦ ਉਹਨਾਂ ਕੁੜੀਆਂ ਦੇ ਗਾਇਬ ਹੋਣ ਪਿੱਛੇ ਬਾਬਾ ਜੀ ਦਾ ਹੀ ਹੱਥ ਹੈ ਅਤੇ ਉਹ ਮੈਨੂੰ ਵੀ ਕਿਸੇ ਕਾਰਨ ਇੱਥੇ ਲੈ ਕੇ ਆਏ ਹਨ। ਮੈਂ ਉਸ ਸਮੇਂ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਇੱਥੇ ਨਹੀਂ ਰਹਾਂਗੀ। ਮੈਨੂੰ ਇੱਥੋਂ ਕਿਸੇ ਵੀ ਹਾਲਤ ਵਿੱਚ ਜਾਣਾ ਪਵੇਗਾ। ਮੈਂ ਕਿਤੇ ਵੀ ਰਹਾਂਗੀ, ਪਰ ਮੈਂ ਇੱਥੇ ਨਹੀਂ ਰਹਾਂਗੀ। ਪਤਾ ਨਹੀਂ ਮੇਰਾ ਕੀ ਹੋਵੇਗਾ। ਮੈਂ ਘਰੋਂ ਬਾਹਰ ਆਉਣ ਲੱਗੀ। ਅਚਾਨਕ ਮੈਂ ਉਹਨਾਂ ਸਾਰੀਆਂ ਕੁੜੀਆਂ ਬਾਰੇ ਸੋਚਿਆ। ਪਤਾ ਨਹੀਂ ਕਿਉਂ ਮੈਂ ਮਹਿਸੂਸ ਕੀਤਾ ਕਿ ਉਸ ਦੇ ਗਾਇਬ ਹੋਣ ਦੇ ਪਿੱਛੇ ਬਾਬਾ ਜੀ ਦਾ ਹੀ ਹੱਥ ਹੈ ਅਤੇ ਜੇ ਮੈਂ ਚਾਹੁੰਦੀ ਤਾਂ ਪਤਾ ਲਗਾ ਸਕਦੀ ਸੀ ਕਿ ਸੱਚ ਕੀ ਹੈ। ਉਸ ਦੇ ਲਾਪਤਾ ਹੋਣ ਪਿੱਛੇ ਕੀ ਰਾਜ ਹੈ। ਮੈਨੂੰ ਉਹਨਾਂ ਕੁੜੀਆਂ ਦੇ ਬਹੁਤ ਤਰਸ ਆਇਆ ਅਤੇ ਮੈਂ ਉਹਨਾਂ ਕੁੜੀਆਂ ਨੂੰ ਲੱਭਣ ਲਈ ਆਪਣੇ ਜਾਣ ਦਾ ਇਰਾਦਾ ਬਦਲ ਲਿਆ। ਮੈਂ ਆਪਣੇ ਇੱਕ ਦੋਸਤ ਨੂੰ ਬੁਲਾਈ। ਮੇਰੀ ਯੋਜਨਾ ਸੀ ਕਿ ਉਹ ਵੀ ਬੇਸਹਾਰਾ ਕੁੜੀ ਬਣ ਕੇ ਬਾਬਾ ਜੀ ਤੋਂ ਮਦਦ ਮੰਗੇਗੀ ਤੇ ਬਾਬੇ ਦੇ ਸਾਹਮਣੇ ਆਵੇਗੀ ਤੇ ਬਾਬਾ ਜੀ ਉਸ ਨੂੰ ਘਰ ਜ਼ਰੂਰ ਲੈ ਆਉਣਗੇ। ਬਾਕੀ ਰਾਜ ਮੈਂ ਆਪਣੇ ਦੋਸਤ ਰਾਹੀਂ ਜਾਣ ਲਵਾਂਗੀ ਕਿ ਉਹ ਕੁੜੀਆਂ ਨੂੰ ਕਿੱਥੇ ਲੈ ਕੇ ਜਾਂਦੀ ਹੈ ਅਤੇ ਉਹ ਉਹਨਾਂ ਨਾਲ ਕੀ ਕਰਦੇ ਹਨ। ਮੇਰੀ ਦੋਸਤ ਮੇਰੀ ਮਦਦ ਕਰਨ ਲਈ ਰਾਜੀ ਹੋ ਗਈ ਅਤੇ ਜਿਵੇਂ ਹੀ ਅਸੀਂ ਅਗਲੇ ਦਿਨ ਯੋਜਨਾ ਦੇ ਮੁਤਾਬਿਕ ਜਦੋਂ ਬਾਬਾ ਜੀ ਉਸ ਨੂੰ ਆਪਣੇ ਨਾਲ ਲੈ ਕੇ ਆਏ, ਉਹ ਮੈਨੂੰ ਕਹਿ ਰਹੇ ਸਨ ਕਿ ਇਹ ਕੁੜੀ ਅੱਜ ਰਾਤ ਲਈ ਸਾਡੀ ਮਹਿਮਾਨ ਹੈ। ਜਿਵੇਂ ਹੀ ਮੈਂ ਆਪਣੀ ਦੋਸਤ ਨੂੰ ਕਮਰੇ ਵਿੱਚ ਜਾਂਦੇ ਹੀ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਕੀ ਕਹਿੰਦੇ ਸੀ, ਤਾਂ ਉਸਨੇ ਕਿਹਾ ਕਿ ਬਾਬਾ ਜੀ ਨੇ ਮੈਨੂੰ ਕਿਹਾ ਹੈ ਕਿ ਉਹ ਮੈਨੂੰ ਛੱਤ ਦੇਣਗੇ ਅਤੇ ਮੇਰੇ ਵਾਰਸ ਬਣਨਗੇ। ਅੱਜ ਰਾਤ ਨੂੰ ਮੈਨੂੰ ਉੱਥੇ ਲੈ ਜਾਣਗੇ ਜਿੱਥੇ ਬਾਕੀ ਸਾਰੀਆਂ ਕੁੜੀਆਂ ਹਨ। ਯੋਜਨਾ ਅਨੁਸਾਰ ਸਭ ਕੁਝ ਠੀਕ ਚੱਲ ਰਿਹਾ ਸੀ। ਮੈਂ ਸੋਚਿਆ ਸੀ ਕਿ ਜਦੋਂ ਹੀ ਮੈਨੂੰ ਸਬੂਤ ਮਿਲ ਜਾਣਗੇ ਮੈਂ ਉਸੇ ਟਾਈਮ ਹੀ ਪੁਲਿਸ ਨੂੰ ਸੂਚਿਤ ਕਰ ਦੇਵਾਂਗੀ। ਮੈਂ ਰਾਤ ਨੂੰ ਆਪਣੇ ਕਮਰੇ ਵਿੱਚ ਸੀ। ਉਸਨੇ ਮੈਨੂੰ ਸੁਨੇਹਾ ਦਿੱਤਾ ਕਿ ਤੁਹਾਡੇ ਬਾਬਾ ਜੀ ਮੈਨੂੰ ਆਪਣੇ ਕਮਰੇ ਦੇ ਪਿਛਲੇ ਦਰਵਾਜ਼ੇ ਤੋਂ ਘਰ ਦੀ ਗਲੀ ਵਿੱਚ ਲੈ ਆਏ ਹਨ ਅਤੇ ਅਸੀਂ ਪੈਦਲ ਕਿਤੇ ਜਾ ਰਹੇ ਹਾਂ। ਤੁਸੀਂ ਪਿੱਛੇ ਪਿੱਛੇ ਆ ਜਾਓ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਕੁੜੀਆਂ ਨੂੰ ਅਗਵਾ ਕਰਨ ਵਿੱਚ ਉਸ ਦਾ ਹੱਥ ਸੀ। ਇਸੇ ਤਰ੍ਹਾਂ ਉਹ ਬੇਸਹਾਰਾ ਕੁੜੀਆਂ ਨੂੰ ਮਦਦ ਦਾ ਕਹਿ ਕੇ ਉਹਨਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਸਨ। ਪਰ ਨਾਲ ਹੀ ਮੈਂ ਹੈਰਾਨ ਸੀ ਕਿ ਮੇਰੇ ਨਾਲ ਅਜਿਹਾ ਕਿਉਂ ਨਹੀਂ ਹੋਇਆ। ਉਸਨੇ ਮੈਨੂੰ ਹੁਣ ਤੱਕ ਆਪਣੇ ਘਰ ਕਿਉਂ ਰੱਖਿਆ। ਖੈਰ, ਮੈਂ ਉਹਨਾਂ ਦੋਹਾਂ ਦੇ ਪਿੱਛੇ ਪਿੱਛੇ ਅੱਗੇ ਵਧਣ ਲੱਗੀ। ਇਸ ਲਈ ਉਹ ਦੋਵੇਂ ਘਰ ਤੋਂ ਥੋੜੀ ਦੂਰ ਇੱਕ ਗੋਦਾਮ ਵਿੱਚ ਚਲੇ ਗਏ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਕਈ ਸਾਲਾਂ ਤੋਂ ਬੰਦ ਸੀ। ਮੈਂ ਵੀ ਉਸ ਦਾ ਪਿੱਛਾ ਕੀਤਾ ਅਤੇ ਉਹ ਮੇਰੀ ਦੋਸਤ ਨੂੰ ਇਸ ਗੋਦਾਮ ਵਿੱਚ ਲੈ ਗਏ ਜਿੱਥੇ ਬਹੁਤ ਸਾਰੀਆਂ ਕੁੜੀਆਂ ਘੁੰਮ ਰਹੀਆਂ ਸਨ। ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਉੱਥੇ ਬਹੁਤ ਸਾਰੇ ਕਮਰੇ ਸਨ ਅਤੇ ਮਾਹੌਲ ਇੱਕ ਘਰ ਵਰਗਾ ਸੀ। ਇਹ ਸਭ ਮੇਰੇ ਦਿਮਾਗ ਵਿੱਚ ਵੀ ਨਹੀਂ ਸੀ। ਮੈਂ ਸੋਚਿਆ ਸੀ ਕਿ ਉੱਥੇ ਕੁਝ ਕੁੜੀਆਂ ਇਸ ਹਾਲਤ ਵਿੱਚ ਮਿਲਣਗੀਆਂ ਕਿਉਂਕਿ ਉਹਨਾਂ ਦੇ ਹੱਥ ਪੈਰ ਬੰਨੇ ਹੋਣਗੇ, ਉਹ ਬੇਵੱਸ ਅਤੇ ਲਾਚਾਰ ਹੋਣਗੀਆਂ। ਪਰ ਇੱਥੇ ਕਹਾਣੀ ਬਦਲ ਗਈ ਸੀ। ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਅਤੇ ਜਲਦੀ ਹੀ ਬਾਬਾ ਜੀ ਦੇ ਸਾਹਮਣੇ ਆ ਗਈ। ਮੈਨੂੰ ਦੇਖ ਕੇ ਬਾਬਾ ਜੀ ਡਰ ਗਏ। ਮੈਂ ਪੁੱਛਿਆ ਕਿ ਇਹ ਸਭ ਕੀ ਹੈ? ਤੁਸੀਂ ਇਹਨਾਂ ਸਾਰੀਆਂ ਕੁੜੀਆਂ ਨੂੰ ਇੱਥੇ ਕਿਉਂ ਰੱਖਿਆ ਹੈ? ਕੀ ਤੁਸੀਂ ਕੁੜੀਆਂ ਨੂੰ ਇੱਥੇ ਰਹਿਣ ਲਈ ਮਜਬੂਰ ਕਰਦੇ ਹੋ? ਤਾਂ ਉਸਨੇ ਝੱਟ ਕਿਹਾ, ਨਹੀਂ, ਅਜਿਹਾ ਕੁਝ ਨਹੀਂ ਹੈ। ਇਹ ਸਾਰੀਆਂ ਕੁੜੀਆਂ ਇੱਥੇ ਆਪਣੀ ਮਰਜ਼ੀ ਨਾਲ ਰਹਿੰਦੀਆਂ ਹਨ। ਮੇਰਾ ਇੱਕ ਇਰਾਦਾ ਹੈ ਜੋ ਬੇਸਹਾਰਾ ਅਤੇ ਦੁਖੀ ਲੜਕੀਆਂ ਦੀ ਮਦਦ ਕਰਨ ਲਈ ਬਣਾਇਆ ਗਿਆ ਹੈ। ਜ਼ਮਾਨੇ ਦੀਆਂ ਸਾਰੀਆਂ ਠੁਕਰਾਈਆਂ ਕੁੜੀਆਂ ਜੋ ਜਾਣੇ ਅਣਜਾਣੇ ਵਿੱਚ ਆਪਣੇ ਨਾਲ ਗਲਤ ਕੰਮ ਕਰ ਲੈਂਦੀਆਂ ਹਨ ਅਤੇ ਜਦੋਂ ਉਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ, ਮੈਂ ਉਹਨਾਂ ਦੀ ਮਦਦ ਕਰਦਾ ਹਾਂ। ਜਦੋਂ ਤੱਕ ਉਹ ਇੱਥੇ ਪਹੁੰਚਦੇ ਹਨ, ਉਹ ਇੱਥੇ ਰਹਿ ਸਕਦੇ ਹਨ। ਉਹਨਾਂ ਨੂੰ ਇੱਕ ਪਨਾਹ ਦੇਣ ਲਈ ਮੈਂ ਉਹਨਾਂ ਨੂੰ ਇੱਕ ਦਿਨ ਲਈ ਆਪਣੇ ਘਰ
ਘਰ ਲਿਆਉਂਦਾ ਹਾਂ ਤਾਂ ਜੋ ਉਹ ਸੰਤੁਸ਼ਟ ਮਹਿਸੂਸ ਕਰ ਸਕਣ, ਅਤੇ ਰਾਤ ਨੂੰ ਮੈਂ ਉਹਨਾਂ ਨੂੰ ਇੱਥੇ ਚੁੱਪਚਾਪ ਛੱਡ ਦਿੰਦਾ ਹਾਂ ਤਾਂ ਜੋ ਉਹ ਸ਼ਾਂਤੀ ਨਾਲ ਆਰਾਮ ਕਰ ਸਕਣ, ਕਿਉਂਕਿ ਉਹ ਦੁਨੀਆ ਦੀਆਂ ਨਜ਼ਰਾਂ ਤੋਂ ਅਲੋਪ ਹੋ ਕੇ, ਬਦਨਾਮੀ ਦੇ ਡਰ ਤੋਂ ਮੁਕਤ ਹੋ ਕੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਜੀ ਸਕਣ। ਇਹ ਸਭ ਠੀਕ ਸੀ, ਪਰ ਮੈਂ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਮੇਰੇ ਬਾਰੇ ਕਿਵੇਂ ਪਤਾ ਲੱਗਾ ਅਤੇ ਮੈਂ ਇੱਥੇ ਕਿਉਂ ਨਹੀਂ ਆਈ। ਉਹ ਸ਼ਰਮਿੰਦਾ ਹੁੰਦੇ ਕਹਿਣ ਲੱਗੇ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਅਮਨ ਨੇ ਤੁਹਾਡੇ ਨਾਲ ਕੁਝ ਗਲਤ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਲੱਭਦਾ ਹੋਇਆ ਧਰਮਸ਼ਾਲਾ ਪਹੁੰਚ ਕੇ ਤੁਹਾਨੂੰ ਉੱਥੋਂ ਲੈ ਆਇਆ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਤੁਹਾਡਾ ਅਮਨ ਨਾਲ ਕੀ ਰਿਸ਼ਤਾ ਹੈ। ਇਸ ਲਈ ਉਹ ਸਿਰ ਝੁਕਾ ਕੇ ਕਹਿਣ ਲੱਗਾ ਕਿ ਉਹ ਮੇਰਾ ਇਕਲੌਤਾ ਪੁੱਤਰ ਹੈ। ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਉਸਦੇ ਬੰਧਨ ਵਿੱਚ ਪਾਓਗੇ, ਪਰ ਉਸਨੇ ਤੁਹਾਡੇ ਨਾਲ ਸਭ ਤੋਂ ਬੁਰਾ ਕੀਤਾ ਹੈ। ਉਸਨੇ ਤੁਹਾਡੇ ਨਾਲ ਵਿਆਹ ਕੀਤੇ ਬਿਨਾਂ ਤੁਹਾਨੂੰ ਗਰਭਵਤੀ ਕਰ ਦਿੱਤਾ। ਇਸ ਲਈ ਮੈਂ ਤੁਹਾਨੂੰ ਇੱਥੇ ਲਿਆਇਆ ਹਾਂ। ਸੋਚਿਆ ਕਿ ਜਦੋਂ ਤੇਰਾ ਬੱਚਾ ਹੋਵੇਗਾ ਤਾਂ ਮੈਂ ਤੈਨੂੰ ਕਿਸੇ ਵੀ ਤਰੀਕੇ ਨਾਲ ਜ਼ਬਰਦਸਤੀ ਕਰਕੇ ਤੁਹਾਡਾ ਦੋਵਾਂ ਦਾ ਵਿਆਹ ਕਰਵਾ ਦੇਵਾਂਗਾ। ਇਹ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋ ਗਈ ਕਿ ਮੈਂ ਉਸ ਬਾਰੇ ਕਿੰਨਾ ਗਲਤ ਸੋਚਿਆ ਸੀ। ਮੈਂ ਉਸ ਤੋਂ ਮਾਫੀ ਮੰਗੀ ਅਤੇ ਅਸੀਂ ਦੁਬਾਰਾ ਘਰ ਵਾਪਸ ਆ ਗਏ। ਜਦੋਂ ਮੈਂ ਬਾਬਾ ਜੀ ਦੇ ਕਹਿਣ ਤੇ ਅਮਨ ਨੂੰ ਮੀਡੀਆ 'ਚ ਜਾਣ ਦੀ ਧਮਕੀ ਦਿੱਤੀ ਤਾਂ ਉਹ ਡਰ ਗਿਆ ਅਤੇ ਮੇਰੇ ਨਾਲ ਵਿਆਹ ਕਰਵਾ ਲਿਆ ਅਤੇ ਮੇਰੇ ਬੱਚੇ ਨੂੰ ਆਪਣੇ ਪਿਤਾ ਦਾ ਨਾਮ ਮਿਲ ਗਿਆ ਅਤੇ ਹੁਣ ਕੋਈ ਵੀ ਉਸ ਨੂੰ ਨਜਾਇਜ਼ ਨਹੀਂ ਕਹੇਗਾ ਅਤੇ ਇਹ ਮੇਰੀ ਸਭ ਤੋਂ ਵੱਡੀ ਸਫਲਤਾ ਸੀ ਅਤੇ ਮੈਂ ਉਹਨਾਂ ਦੀ ਧੰਨਵਾਦੀ ਹਾਂ। ਜੇਕਰ ਦੋਸਤੋ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।